आपे गुर चेला। प्रगट्यो मर्द अगमड़ा वरियाम अकेला, वाह वाह गोबिंद सिंह आपे गुरचेला। ਅੱਜ ਤੋਂ 349 ਸਾਲ ਪਹਿਲਾਂ ਉਸ ਮਰਦ ਅਗੰਮੜੇ ਦਾ ਜਨਮ ਹੋਇਆ ਸੀ, ਉਸ ਮਰਦ ਅਗੰਮੜੇ ਦਾ ਪ੍ਰਕਾਸ਼ ਹੋਇਆ ਸੀ ਜਿਸ ਨੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ। ਜੀ ਹਾਂ, ਇਹ ਉਹੀ ਪਵਿੱਤਰ ਤੇ ਮੁਕੱਦਸ ਸਥਾਨ ਹੈ ਜਿੱਥੇ ਗੁਰੂ ਪਾਤਸ਼ਾਹ ਦਾ ਜਨਮ ਹੋਇਆ ਸੀ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ। ਆਓ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਉਸ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਦਾ ਜਿੱਥੇ ਪ੍ਰਕਾਸ਼ ਹੋਇਆ ਸੀ ਗੁਰੂ ਸਾਹਿਬ ਦਾ। ਦੂਰੋਂ ਦੂਰੋਂ ਦੁਨੀਆ ਨਤਮਸਤਕ ਹੋਣ ਦੇ ਲਈ ਇਸ ਪਵਿੱਤਰ ਤੇ ਮੁਕੱਦਸ ਅਸਥਾਨ ਤੇ ਆ ਰਹੀ ਹੈ ਕਿਉਂਕਿ ਅੱਜ ਦਾ ਦਿਨ ਬਹੁਤ ਪਵਿੱਤਰ ਦਿਹਾੜਾ ਹੈ। ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਬੜੇ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। 349ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਸੰਗਤ ਉੱਥੇ ਪਹੁੰਚੀ ਹੋਈ ਹੈ, ਵੱਡੀ ਗਿਣਤੀ ਵਿੱਚ ਸੰਗਤ ਇੱਥੇ ਹਾਜ਼ਰੀ ਲਗਵਾਉਣ ਦੇ ਲਈ ਪਹੁੰਚੀ ਹੋਈ ਹੈ। ਹੁਣ ਤੁਹਾਨੂੰ ਉਸ ਪਵਿੱਤਰ ਤੇ ਮੁਕੱਦਸ ਅਸਥਾਨ ਦੇ ਅਸੀਂ ਦਰਸ਼ਨ ਕਰਾਉਣ ਜਾ ਰਹੇ ਹਾਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ। ਜੀ ਹਾਂ, ਤੁਸੀਂ ਦਰਸ਼ਨ ਕਰ ਪਾ ਰਹੇ ਹੋ। ਇਹ ਹੈ ਪਟਨਾ ਸਾਹਿਬ ਦੀ ਉਹ ਪਵਿੱਤਰ ਧਰਤੀ, ਇਹ ਹੈ ਹਰਮੰਦਰ ਸਾਹਿਬ ਜਿੱਥੇ ਕਲਗੀਆਂ ਵਾਲੇ ਮਹਾਰਾਜ ਦਾ ਜਨਮ ਹੋਇਆ। ਇਹ ਉਹ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਪਾਤਸ਼ਾਹ ਨੇ ਜਨਮ ਲਿਆ। ਦੂਰ ਦਰਾਡਿਓਂ ਸੰਗਤਾਂ ਨਤਮਸਤਕ ਹੋਣ ਦੇ ਲਈ ਇੱਥੇ ਆਉਂਦੀਆਂ ਨੇ ਔਰ ਇਹ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਹੈ। ਤੁਸੀਂ ਦੇਖ ਪਾ ਰਹੇ ਹੋ ਚਾਰੇ ਪਾਸੇ ਰੌਣਕਾਂ ਨੇ, ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ। 349ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਬੜੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਨੇ। ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਇਹ ਉਹ ਪਵਿੱਤਰ ਸਥਾਨ ਹੈ ਸ੍ਰੀ ਹਰਮੰਦਰ ਸਾਹਿਬ ਜਿੱਥੇ ਨਤਮਸਤਕ ਹੋਣ ਦੇ ਲਈ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ। ਗੁਰੂ ਸਾਹਿਬ ਦੀ ਤੁਸੀਂ ਉਸਤਤ ਅਤੇ ਮਹਿਮਾ ਦੇਖ ਪਾ ਰਹੇ ਹੋ। ਗੁਰੂ ਸਾਹਿਬ ਦੇ ਅਸਤਰ ਸ਼ਸਤਰ ਵੀ ਇੱਥੇ ਸੁਸ਼ੋਭਿਤ ਨੇ। ਇਹ ਹੈ ਉਹ ਪਵਿੱਤਰ ਸਥਾਨ। ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਦੇ ਪਵਿੱਤਰ ਦਿਹਾੜੇ ਤੇ ਇਸ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 349ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ ਦੂਰ ਦਰਾਡਿਓਂ ਸੰਗਤਾਂ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੀਆਂ ਹੋਈਆਂ ਨੇ। ਖਾਸ ਤੌਰ ਤੇ ਅਗਲੇ ਸਾਲ 350 ਸਾਲਾ ਸਮਾਗਮ ਮਨਾਏ ਜਾਣ ਨੇ, ਉਸ ਨੂੰ ਲੈ ਕੇ ਵੱਡੇ ਪੱਧਰ ਤੇ ਤਿਆਰੀਆਂ ਇਸੇ ਸਾਲ ਸ਼ੁਰੂ ਹੋ ਗਈਆਂ ਨੇ। ਇਸੇ ਸਾਲ ਤੋਂ ਲੈ ਕੇ ਅਗਲੇ ਸਾਲ ਤੱਕ ਯਾਨੀ ਕਿ ਪੂਰਾ 1 ਸਾਲ ਸਮਾਗਮ ਵੱਡੀ ਗਿਣਤੀ ਵਿੱਚ ਚੱਲਣਗੇ। ਔਰ ਇਸ ਵਕਤ ਅਸੀਂ ਗੁਰਦੁਆਰਾ ਤੁਹਾਨੂੰ ਦਰਸ਼ਨ ਦਿਦਾਰੇ ਕਰਾ ਦਿੰਦੇ ਹਾਂ। ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਇੱਕ ਗੁਰਦੁਆਰਾ ਸਾਹਿਬ ਹੈ। ਗੁਰੂ ਸਾਹਿਬ ਦੇ ਜੀਵਨ ਦੇ ਨਾਲ ਸੰਬੰਧਿਤ ਇਸ ਇਤਿਹਾਸਿਕ ਸਥਾਨ ਦੀ ਬਹੁਤ ਵੱਡੀ ਮਹੱਤਤਾ ਹੈ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਦੂਰ ਦੁਰਾਡਿਓਂ ਸੰਗਤਾਂ ਇੱਥੇ ਪਹੁੰਚਦੀਆਂ ਨੇ। ਕਿਹਾ ਜਾਂਦਾ ਕਿ ਫਤਿਹ ਚੰਦ ਮੈਣੀ ਦਾ ਇਹ ਕਿਸੇ ਵੇਲੇ ਮਹਿਲ ਹੋਇਆ ਕਰਦਾ ਸੀ ਤੇ ਗੁਰੂ ਸਾਹਿਬ ਇੱਥੇ ਖੇਡਣ ਆਇਆ ਕਰਦੇ ਸਨ। ਔਰ ਗੁਰੂ ਸਾਹਿਬ ਜਦੋਂ ਖੇਡਦੇ ਹੁੰਦੇ ਸਨ ਤਾਂ ਫਤਿਹ ਚੰਦ ਮੈਣੀ ਦੀ ਜਿਹੜੀ ਰਾਣੀ ਸੀ ਉਸ ਨੂੰ ਬੜੇ ਮਨਮੋਹਕ ਲੱਗਦੇ ਸਨ ਤੇ ਉਹਦੀ ਇਹ ਤ੍ਰਿਸ਼ਨਾ ਸੀ ਕਿ ਕਦੇ ਗੁਰੂ ਸਾਹਿਬ ਵਰਗਾ ਮੇਰਾ ਵੀ ਪੁੱਤਰ ਹੋਵੇ। ਗੁਰੂ ਸਾਹਿਬ ਨੇ ਉਸ ਦੀ ਉਹ ਤ੍ਰਿਸ਼ਨਾ ਨੂੰ ਭਾਂਪਿਆ ਅਤੇ ਇਹ ਇਤਿਹਾਸ ਦੱਸਦਾ ਕਿ ਗੁਰੂ ਸਾਹਿਬ ਉਸ ਦੀ ਗੋਦੀ ਦੇ ਵਿੱਚ ਬੈਠ ਕੇ ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਮੈਂ ਤੇਰਾ ਧਰਮ ਪੁੱਤਰ ਹਾਂ। ਉਦੋਂ ਤੋਂ ਲੈ ਕੇ ਹੁਣ ਤੱਕ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ। ਔਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਨੇ ਰਾਣੀ ਨੂੰ ਕਿਹਾ ਕਿ ਉਸ ਨੂੰ ਭੁੱਖ ਲੱਗੀ ਹੈ ਤਾਂ ਉਸ ਰਾਣੀ ਨੇ ਪੂੜੀਆਂ ਤੇ ਪੁੰਗੜੀਆਂ ਦਾ ਪ੍ਰਸ਼ਾਦ ਗੁਰੂ ਸਾਹਿਬ ਨੂੰ ਦਿੱਤਾ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਕਿਹਾ ਜਾਂਦਾ ਹੈ ਕਿ ਇੱਥੇ ਇਹੀ ਪ੍ਰਸ਼ਾਦ ਵਰਤਾਇਆ ਜਾਂਦਾ ਹੈ। ਅੱਜ ਵੀ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਪਤੀ ਹੁੰਦੀ ਹੈ ਤਾਂ ਸ਼ਾਮ ਨੂੰ ਪੁੰਗੜੀਆਂ ਤੇ ਪੂੜੀਆਂ ਦਾ ਪ੍ਰਸ਼ਾਦ ਹੈ ਜਿਹੜਾ ਉਹ ਛੋਟੇ ਛੋਟੇ ਬੱਚਿਆਂ ਨੂੰ ਵਰਤਾਇਆ ਜਾਂਦਾ। ਸੋ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਇਤਿਹਾਸਿਕ ਮਹੱਤਤਾ ਹੈ। ਇਹ ਵੀ ਦੱਸਿਆ ਜਾਂਦਾ, ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਨੂੰ ਚਾਲੇ ਪਾਏ ਤਾਂ ਇਸ ਰਾਣੀ ਨੇ ਕਿਹਾ ਕਿ ਜਦੋਂ ਮੈਨੇ ਤੁਹਾਡੇ ਦਰਸ਼ਨ ਦਿਦਾਰੇ ਕਰਨੇ ਹੋਣ ਤਾਂ ਕੀ ਕੀਤਾ ਜਾਵੇ। ਤਾਂ ਗੁਰੂ ਸਾਹਿਬ ਨੇ ਇਹ ਕਿਹਾ ਕਿ ਜਦੋਂ ਵੀ ਤੁਹਾਨੂੰ ਦਰਸ਼ਨ ਮੇਰੇ ਕਰਨੇ ਹੋਣ ਤਾਂ ਤੁਸੀਂ ਛੋਟੇ ਬੱਚਿਆਂ ਨੂੰ ਪੁੰਗੜੀਆਂ ਤੇ ਪੂੜੀਆਂ ਦਾ ਪ੍ਰਸ਼ਾਦ ਦਿਓ ਤਾਂ ਤੁਹਾਨੂੰ ਮੇਰੇ ਦਰਸ਼ਨ ਜ਼ਰੂਰ ਹੋਣਗੇ। ਇੱਕ ਵਾਰ ਫਿਰ ਤੋਂ ਤੁਸੀਂ ਦੇਖੋ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਛੋਟੇ ਹੁੰਦਿਆਂ ਇੱਥੇ ਖੇਡਾਂ ਕਰਦੇ ਸਨ ਔਰ ਇਹ ਕਿਸੇ ਵੇਲੇ ਇੱਕ ਮਹਿਲ ਹੋਇਆ ਕਰਦਾ ਸੀ। ਅੱਜ ਇਹ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਦੀ ਇਮਾਰਤ ਇੱਥੇ ਬਣਾਈ ਗਈ ਹੈ। ਸੰਤ ਪੁਰੀ ਵਾਲਿਆਂ ਵੱਲੋਂ ਇੱਥੇ ਕਾਰ ਸੇਵਾ ਹਾਲੇ ਵੀ ਚੱਲ ਰਹੀ ਹੈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪਟਨੇ ਦੀ ਧਰਤੀ ਤੇ ਚੰਨ ਚੜਿਆ। ਜੀ ਹਾਂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਉਹਨਾਂ ਦੀ ਜਨਮ ਸਥਾਨ ਤੇ ਅਸੀਂ ਆ ਚੁੱਕੇ ਹਾਂ। ਪਟਨਾ ਸਾਹਿਬ ਅਸੀਂ ਪਹੁੰਚ ਚੁੱਕੇ ਹਾਂ ਔਰ ਇੱਥੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਜੋ ਗੁਰਦੁਆਰਾ ਗਊ ਘਾਟ ਤੋਂ ਸ਼ੁਰੂ ਹੋਇਆ ਅਤੇ ਹਰਮੰਦਰ ਪਟਨਾ ਸਾਹਿਬ ਤੱਕ ਚੱਲੇਗਾ। ਤੁਹਾਨੂੰ ਇਸ ਨਗਰ ਕੀਰਤਨ ਦੀ ਅਸੀਂ ਰੌਣਕਾਂ ਦਿਖਾਵਾਂਗੇ। ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਹੈ ਜਿਹੜਾ ਸ਼ੁਰੂ ਹੋ ਚੁੱਕਿਆ ਔਰ ਆਓ ਤੁਹਾਨੂੰ ਅਸੀਂ ਇਸ ਨਗਰ ਕੀਰਤਨ ਦੇ ਰੰਗ ਦਿਖਾਉਂਦੇ ਹਾਂ। ਔਰ ਇਸ ਨਗਰ ਕੀਰਤਨ ਦੇ ਵਿੱਚ ਸਾਰੀਆਂ ਸਿੰਘ ਸਭਾਵਾਂ ਹੁਮ-ਹੁਮਾ ਕੇ ਪੁੱਜੀਆਂ ਹੋਈਆਂ ਨੇ ਔਰ ਸੰਤ ਸਮਾਜ ਦੇ ਜਿਹੜੇ ਸੰਤ ਮਹਾਪੁਰਸ਼ ਨੇ ਉਹ ਵੀ ਪਹੁੰਚੇ ਹੋਏ ਨੇ। ਔਰ ਤੁਸੀਂ ਦੇਖ ਪਾ ਰਹੇ ਹੋ ਹਾਥੀ ਹੋਣ, ਘੋੜੇ ਹੋਣ, ਊਠ ਹੋਣ, ਸਾਰੇ ਹੀ ਵੱਡੀ ਗਿਣਤੀ ਵਿੱਚ ਇਹਨਾਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ। ਇਸ ਨਗਰ ਕੀਰਤਨ ਦੇ ਵਿੱਚ ਛੋਟੇ ਛੋਟੇ ਬੱਚੇ ਇਸ ਨਗਰ ਕੀਰਤਨ ਦਾ ਹਿੱਸਾ ਬਣੇ ਹੋਏ ਨੇ। ਬੜਾ ਹੀ ਵਿਸ਼ਾਲ ਤੇ ਸੁੰਦਰ ਨਗਰ ਕੀਰਤਨ ਹੈ ਜਿਹੜਾ ਇਹ ਇੱਥੋਂ ਸ਼ੁਰੂ ਹੋ ਚੁੱਕਿਆ ਹੈ। ਗੁਰਦੁਆਰਾ ਗਊ ਘਾਟ ਤੋਂ ਤਕਰੀਬਨ 4 ਕਿਲੋਮੀਟਰ ਦਾ ਇਹ ਰਸਤਾ ਹੈ।
ਗੁਰਦੁਆਰਾ ਗਊ ਘਾਟ ਤੋਂ ਲੈ ਕੇ ਹਰਮੰਦਰ ਪਟਨਾ ਸਾਹਿਬ ਤੱਕ ਔਰ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਬੈਂਡ ਵਾਲੇ ਹੋਣ ਜਾਂ ਜਿਹੜੇ ਮਰਜ਼ੀ ਹੋਣ ਉਹ ਸ਼ਾਮਲ ਹੁੰਦੇ ਨੇ। ਇਸ ਨਗਰ ਕੀਰਤਨ ਦੀ ਰੌਣਕ ਹੀ ਕੁਝ ਵੱਖਰੀ ਹੈ। ਇਹ ਨਗਰ ਕੀਰਤਨ ਪੰਜਾਬ ਦੇ ਨਗਰ ਕੀਰਤਨਾਂ ਤੋਂ ਥੋੜਾ ਵੱਖਰਾ ਹੈ ਕਿਉਂਕਿ ਇਸ ਦੇ ਵਿੱਚ ਬਿਹਾਰ ਦਾ ਟੱਚ, ਪਟਨਾ ਸਾਹਿਬ ਦਾ ਟੱਚ ਜ਼ਰੂਰ ਆਉਂਦਾ ਹੈ। ਤੁਸੀਂ ਦੇਖੋ ਹਰ ਰੰਗ ਤੁਹਾਨੂੰ ਨਗਰ ਕੀਰਤਨ ਦੇ ਵਿੱਚ ਨਜ਼ਰ ਆਏਗਾ, ਭਾਵੇਂ ਉਹ ਸਿੱਖ ਕੌਮ ਦਾ ਬਸ਼ਿੰਦਾ ਹੈ ਜਾਂ ਨਹੀਂ ਹੈ। ਇਸ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਲਗਾਉਣ ਦੇ ਲਈ ਜ਼ਰੂਰ ਆਇਆ। ਸਾਡੀ ਇਹਨਾਂ ਨਾਲ ਥੋੜੀ ਦੇਰ ਪਹਿਲਾਂ ਗੱਲ ਹੋਈ ਸੀ ਤਾਂ ਇਹਨਾਂ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਉਹ ਬਹੁਤ ਜ਼ਿਆਦਾ ਪ੍ਰਭਾवित ਨੇ। क्या कहना चाहेंगे इस मौके पर आप? गुरु गोविंद सिंह के जन्म उत्सव पर हम पटना में 10 साल से आते हैं और गुरु गोविंद सिंह का जन्म यहाँ हुआ है हजूर साहब नांदेड़ महाराष्ट्र, वहाँ के हम रहने वाले। वहाँ से आए हैं आप स्पेशल? हाँ, हजूर साहब नांदेड़ महाराष्ट्र से आए वाले और गुरु महाराज की बड़ी कृपा है, वहाँ बहुत सत्संगत है। नांदेड़ आधा नांदेड़ जो है गुरु महाराज की कृपा से बहुत बढ़िया बना है और उनकी कृपा से हमारे को शब्द बानी आती है और उनकी कृपा से हम यहाँ तक आते हैं। हर साल आते हैं आप? हर साल आते हैं हम, 10 साल से यहाँ आते हैं गुरु महाराज की कृपा से और शब्द बानी गाते हैं उनकी कृपा से। तो इस नगर कीर्तन ਦਾ ਹਿੱਸਾ ਬਣਨ ਦੇ ਲਈ ਖਾਸ ਤੌਰ ਤੇ ਛੋਟੇ ਛੋਟੇ ਬੱਚੇ ਨੇ ਜਿਹੜੇ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਆਏ ਹੋਏ ਨੇ। ਤੁਸੀਂ ਦੇਖ ਪਾ ਰਹੇ ਹੋ ਜੈਕਾਰਿਆਂ ਦੀ ਗੂੰਜ ਦੇ ਵਿੱਚ। ਛੋਟੇ ਛੋਟੇ ਬੱਚੇ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਹਰ ਕੋਈ ਆਪਣੀ ਹਾਜ਼ਰੀ ਲਗਵਾ ਰਿਹਾ ਔਰ ਇਹ ਇੱਥੋਂ ਦਾ ਹੀ ਕੋਈ ਸਕੂਲ ਹੈ ਜਿਹੜਾ ਹਰ ਸਾਲ ਹਾਜ਼ਰੀ ਭਰਦਾ। ਤੁਸੀਂ ਦੇਖ ਪਾ ਰਹੇ ਹੋ ਛੋਟੇ ਛੋਟੇ ਬੱਚੇ ਵੀ ਨੇ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਨੇ ਔਰ ਹਰ ਸਾਲ ਕਿਹਾ ਜਾ ਰਿਹਾ ਕਿ ਇਸੇ ਤਰ੍ਹਾਂ ਨਗਰ ਕੀਰਤਨ ਦਾ ਹਿੱਸਾ ਬਣਦੇ ਨੇ, ਉਹ ਆਪਣੀ ਹਾਜ਼ਰੀ ਲਗਾਉਂਦੇ ਨੇ। ਸੋ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਹੁਣ ਆਪਣੇ ਪੜਾਅ ਵੱਲ ਵੱਧਦਾ ਜਾ ਰਿਹਾ ਔਰ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਹੁਮਾ ਕੇ ਪੁੱਜ ਰਹੀਆਂ ਨੇ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ ਹੋਈਆਂ ਨੇ ਔਰ ਅਸੀਂ ਸੰਗਤਾਂ ਨਾਲ ਗੱਲ ਕਰਦੇ ਹਾਂ। ਵੀਰ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਇਸ ਨਗਰ ਕੀਰਤਨ? बहुत अच्छा लग रहा है। ਅਸੀਂ ਪਹਿਲੀ ਵਾਰ ਆਪਣਾ ਪਰਿਵਾਰ ਲੈ ਕੇ ਆਏ ਹਾਂ। ਅਸੀਂ ਵੈਸਟ ਬੰਗਾਲ ਕਲਕੱਤਾ ਤੋਂ ਆਏ ਹਾਂ ਜੀ ਤੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ। ਗੁਰੂ ਸਾਹਿਬ ਦਾ ਅਲੌਕਿਕ ਨਗਰ ਕੀਰਤਨ ਦੇਖ ਰਹੇ ਹਾਂ, ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ। करत करत हो कब हो तुम मैं मिलत दे कर सब हो हे आप अपनी बूझ उचारे तुम सब ही तेरे तो निरालम जानत निरंकार निपकार निलंब याद अनिल अनाद असंभ ताका मूड उचारत पेता जाको पेवन पावत पेता महामूढ़ कछ भेद न जानत महादेव को कहत सदा शिव निरंकार का जीनत ने। ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਹੋਏ ਸਾਰੇ ਔਰ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਚੱਲ ਰਿਹਾ ਹੈ। ਗੁਰੂ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਔਰ ਇਸ ਨਗਰ ਕੀਰਤਨ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਹੁਮਾ ਕੇ ਸੰਗਤਾਂ ਪੁੱਜ ਰਹੀਆਂ ਨੇ। ਪਟਨਾ ਸਾਹਿਬ ਦੀ ਧਰਤੀ ਤੇ ਇਹ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਔਰ ਇਸ ਨਗਰ ਕੀਰਤਨ ਦੇ ਵਿੱਚ ਜੇਕਰ ਤੁਸੀਂ ਨਜ਼ਰ ਮਾਰੋ ਤਾਂ ਤੁਹਾਨੂੰ ਦੂਰ ਦੂਰ ਤੱਕ ਸੰਗਤਾਂ ਦਾ ਹੜ ਹੀ ਨਜ਼ਰ ਆਏਗਾ, ਸੰਗਤਾਂ ਦਾ ਹਜੂਮ ਹੀ ਨਜ਼ਰ ਆਏਗਾ ਔਰ ਇਹ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨ ਲਈ ਵੱਖ-ਵੱਖ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ, ਭਾਵੇਂ ਉਹ ਸਿੱਖ ਸਮਾਜ ਦੇ ਲੋਕ ਹੋਣ ਜਾਂ ਫਿਰ ਕੋਈ ਹੋਰ ਅਹਿਮ ਸ਼ਖਸੀਅਤਾਂ ਹੋਣ। ਇਸ ਨਗਰ ਕੀਰਤਨ ਦਾ ਹਿੱਸਾ ਬਣਨ ਦੇ ਲਈ ਆਏ ਹੋਏ ਨੇ। ਪਟਨੇ ਦੀ ਧਰਤੀ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੂਹ ਪ੍ਰਾਪਤ ਗੁਰਦੁਆਰਾ ਗਊ ਘਾਟ ਤੋਂ ਜੋ ਨਗਰ ਕੀਰਤਨ ਆਰੰਭ ਹੋ ਰਿਹਾ ਹੈ, ਇਹ ਨਗਰ ਕੀਰਤਨ ਜੋ ਪਟਨਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਸਮਾਪਤ ਹੋਏਗਾ, ਉਸ ਸੰਬੰਧ ਵਿੱਚ ਦੇਸ਼ ਵਿਦੇਸ਼ ਤੋਂ ਜਿਹੜੀਆਂ ਸੰਗਤਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ ਔਰ ਸਮੁੱਚੀ ਦੁਨੀਆ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਨੇ, ਅਸੀਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਗੁਰਪੁਰਬ ਤੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਮਨਾਉਣ ਦਾ ਤਾਂ ਹੀ ਫਾਇਦਾ ਹੈ ਵੀ ਜੇ ਅਸੀਂ ਗੁਰੂ ਸਾਹਿਬ ਦੇ ਜੋ ਉਹਨਾਂ ਦੇ ਦੱਸੇ ਹੋਏ ਮਾਰਗ ਨੂੰ ਅਪਣਾਈਏ, ਉਹਨਾਂ ਦੇ ਜੋ ਸਾਨੂੰ ਆਦੇਸ਼ ਨੇ ਉਪਦੇਸ਼ ਨੇ ਉਹਨਾਂ ਨੂੰ ਅਪਣਾਈਏ। 8 ਕਿਲੋਮੀਟਰ ਦਾ ਰਸਤਾ ਗੁਰਦੁਆਰਾ ਗਊ ਘਾਟ ਤੋਂ ਆਰੰਭ ਹੁੰਦਾ ਹੈ ਔਰ ਹਰਮੰਦਰ ਸਾਹਿਬ ਜਾਂਦਾ ਹੈ। ਚਾਰ ਚਫੇਰੇ ਸਿੱਖ ਸੰਗਤਾਂ, ਗੈਰ ਸਿੱਖ ਸੰਗਤਾਂ ਸਾਰੀਆਂ ਹੀ ਉਡੀਕਦੀਆਂ ਨੇ। ਅਸੀਂ ਭਾਗਾਂ ਵਾਲਾ ਸਮਝਦੇ ਹਾਂ ਕਿ ਅਸੀਂ ਉਸ ਧਰਤੀ ਦੇ ਉੱਤੇ ਅੱਜ ਦਰਸ਼ਨ ਦੀਦਾਰ ਕਰ ਰਹੇ ਹਾਂ
ਜਿਸ ਧਰਤੀ ਦੇ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਆਗਮਨ ਹੋਏ ਹਨ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਸੰਗਤਾਂ ਦੂਰ ਦਰਾਡਿਓਂ ਆ ਰਹੀਆਂ ਨੇ। ਸੰਗਤਾਂ ਦੇ ਖਾਣ ਪੀਣ ਦਾ ਖਾਸ ਤੌਰ ਤੇ ਲੰਗਰਾਂ ਦਾ ਪ੍ਰਬੰਧ ਹੈ ਉਹ ਬੜਾ ਸੁਚੱਜੇ ਤਰੀਕੇ ਦੇ ਨਾਲ ਕੀਤਾ ਗਿਆ। ਸੰਤ ਪੂਰੀ ਵਾਲਿਆਂ ਵੱਲੋਂ ਵਿਸ਼ੇਸ਼ ਲੰਗਰ ਇੱਥੇ ਚਲਾਏ ਜਾ ਰਹੇ ਨੇ। ਪਿਛਲੇ ਕਈ ਦਿਨਾਂ ਤੋਂ ਇਹ ਲੰਗਰ ਚੱਲ ਰਹੇ ਨੇ। ਆਓ ਤੁਹਾਨੂੰ ਅਸੀਂ ਲੰਗਰ ਦਿਖਾਉਂਦੇ ਹਾਂ ਔਰ ਹਰ ਚੀਜ਼ ਇੱਕ ਸਿਸਟਮੈਟਿਕਲੀ ਤਰੀਕੇ ਨਾਲ ਚੱਲ ਰਹੀ ਹੈ। ਇਹ ਤੁਸੀਂ ਦੇਖ ਰਹੇ ਹੋ ਕਿ ਆਟਾ ਹੈ, ਆਟਾ ਛਾਣਿਆ ਜਾ ਰਿਹਾ ਬੜੇ ਸੁੰਦਰ ਤਰੀਕੇ ਨਾਲ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅਜਿਹੀ ਚੀਜ਼ ਆਟੇ ਦੇ ਵਿੱਚ ਨਾ ਚਲੀ ਜਾਵੇ ਜਿਸ ਦੇ ਨਾਲ ਪੇਟ ਖਰਾਬ ਹੋ ਜਾਏ। ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਆਟਾ ਗੁੰਨਣ ਵਾਲੀ ਮਸ਼ੀਨ ਹੈ ਉਹ ਉੱਥੇ ਆਟਾ ਪਾ ਕੇ ਆਟਾ ਗੁੰਨਿਆ ਜਾ ਰਿਹਾ ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਆਣੀ ਹੈ, ਹੱਥ ਦੇ ਨਾਲ ਆਟਾ ਗੁੰਨਣਾ ਸੰਭਵ ਨਹੀਂ ਹੈ, ਇਸ ਲਈ ਇਹ ਆਟਾ ਗੁੰਨਣ ਵਾਲੀ ਮਸ਼ੀਨ ਚਲਾਈ ਜਾ ਰਹੀ ਹੈ। ਉਸ ਤੋਂ ਬਾਅਦ ਜੇਕਰ ਤੁਸੀਂ ਨਜ਼ਰ ਪਾਓ ਤਾਂ ਇੱਥੇ ਤੁਹਾਨੂੰ ਬੀਬੀਆਂ ਦਾ ਇਕੱਠ ਨਜ਼ਰ ਆਏਗਾ ਜਿਹੜੀਆਂ ਲੋਹ ਦੇ ਉੱਤੇ ਬੈਠੀਆਂ ਨੇ ਔਰ ਪਤਾ ਨਹੀਂ ਦਿਨ ਦੇ ਵਿੱਚ ਕਿੰਨੇ ਹੀ ਪ੍ਰਸ਼ਾਦੇ ਨੇ ਜਿਹੜੇ ਉਹ ਬਣਾਏ ਜਾਂਦੇ ਨੇ, ਸੈਂਕੜੇ ਪ੍ਰਸ਼ਾਦੇ ਇਹਨਾਂ ਵੱਲੋਂ ਬਣਾਏ ਜਾਂਦੇ ਨੇ। ਔਰ ਇੰਨਾ ਹੀ ਨਹੀਂ, ਦੂਰ ਦਰਾਡੇ ਜਿਹੜੀਆਂ ਸੰਗਤਾਂ ਆਈਆਂ ਹੋਈਆਂ ਨੇ, ਜੇਕਰ ਤੁਸੀਂ ਪਿੱਛੇ ਨਜ਼ਰ ਪਾਓ ਤਾਂ ਤੁਹਾਨੂੰ ਨਜ਼ਰ ਆ ਜਾਏਗਾ ਕਿ ਹਰ ਇੱਕ ਦਾ ਇੱਕ ਕੰਮ ਬੰਨਿਆ ਹੋਇਆ। ਜੇ ਕੋਈ ਮਸਾਲੇ ਛਿਲ ਰਿਹਾ ਤਾਂ ਉਹ ਮਸਾਲੇ ਹੀ ਛਿਲ ਰਿਹਾ। ਤੁਸੀਂ ਦੇਖ ਸਕਦੇ ਹੋ ਬੀਬੀਆਂ ਲਸਣ ਛਿਲ ਰਹੀਆਂ ਨੇ, ਪਿਆਜ਼ ਛਿਲ ਰਹੀਆਂ ਨੇ ਕਿਉਂਕਿ ਸਾਰਾ ਦਿਨ ਇੱਥੇ ਲੰਗਰ ਚੱਲਦੇ ਨੇ, ਭਾਂਤ-ਭਾਂਤ ਦੇ ਲੰਗਰ ਚੱਲਦੇ ਨੇ। ਅਸੀਂ ਜਦੋਂ ਇੱਥੇ ਆਏ ਸੀ ਤਾਂ ਸਾਨੂੰ ਪਤਾ ਲੱਗਿਆ ਸੀ ਕਿ ਇੱਕ ਟਾਈਮ ਦੇ ਵਿੱਚ ਘੱਟੋ ਘੱਟ 6 ਤੋਂ 7 ਡਿਸ਼ਿਜ਼ ਇੱਥੇ ਬਣਦੀਆਂ ਨੇ। ਮਟਰ ਪਨੀਰ ਬਣਾਇਆ ਜਾਂਦਾ ਨੇ, ਦਾਲ ਬਣਾਈ ਜਾਂਦੀ, ਮਿਕਸ ਵੈਜ ਬਣਾਏ ਜਾਂਦੇ ਨੇ। ਹਰ ਤਰ੍ਹਾਂ ਦਾ ਇੱਥੇ ਜਿਹੜਾ ਲੰਗਰ ਹੈ ਉਹ ਤਿਆਰ ਕੀਤਾ ਜਾਂਦਾ। ਔਰ ਜੇਕਰ ਤੁਸੀਂ ਆਓ ਤੁਹਾਨੂੰ ਦਿਖਾਉਂਦੇ ਆ ਕਿ ਕਿਹੜੇ-ਕਿਹੜੇ ਲੰਗਰ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ। ਖਾਸ ਤੌਰ ਤੇ ਬ੍ਰੇਕਫਾਸਟ ਦਾ ਟਾਈਮ ਹੈ, ਨਾਸ਼ਤੇ ਦੇ ਟਾਈਮ ਦੇ ਵਿੱਚ ਕਿਹੜੇ-ਕਿਹੜੇ ਲੰਗਰ ਇੱਥੇ ਚਲਾਏ ਜਾ ਰਹੇ ਨੇ ਇਹ ਤੁਹਾਨੂੰ ਦਿਖਾਉਂਦੇ ਆ। ਇਹ ਤੁਸੀਂ ਦੇਖ ਰਹੇ ਹੋ ਕਿ ਪਕੌੜੇ ਕਈ ਤਰ੍ਹਾਂ ਦੇ ਨੇ। ਇਹ ਪਨੀਰ ਦੇ ਪਕੌੜੇ ਤੁਸੀਂ ਦੇਖ ਸਕਦੇ ਹੋ, ਇਹ ਫ੍ਰੈਂਚ ਫਰਾਈਜ਼ ਦੇਖ ਸਕਦੇ ਹੋ, ਇਹ ਮਿਕਸ ਪਕੌੜੇ ਦੇਖ ਸਕਦੇ ਹੋ, ਸ਼ੱਕਰਪਾਰੇ ਨੇ, ਬਾਲੂ ਸ਼ਾਹੀ ਹੈ ਔਰ ਪਤੀਸਾ ਹੈ, ਇੱਥੇ ਕੌਫੀ ਹੈ ਔਰ ਹਰ ਤਰ੍ਹਾਂ ਦੇ ਜਿਹੜੇ ਲੰਗਰ ਨੇ ਇੱਥੇ ਤਿਆਰ ਕੀਤੇ ਜਾਂਦੇ ਨੇ। ਥੋੜੀ ਦੇਰ ਬਾਅਦ ਹੀ ਇੱਥੇ ਭਟੂਰੇ ਛੋਲਿਆਂ ਦਾ ਲੰਗਰ ਵੀ ਜਿਹੜਾ ਉਹ ਤਿਆਰ ਕੀਤਾ ਜਾਏਗਾ। ਬਾਬਾ ਜੀ ਕਿੰਨੀ ਦੇਰ ਤੋਂ ਲੰਗਰ ਚੱਲ ਰਹੇ ਨੇ ਔਰ ਕਿਸ ਤਰ੍ਹਾਂ ਦੇ ਲੰਗਰਾਂ ਦੇ ਪ੍ਰਬੰਧ ਨੇ? ਇਹ ਜੀ 1 ਤਰੀਕ ਤੋਂ ਮਹਾਂਪੁਰਖਾਂ ਦੇ ਲੰਗਰ ਚਲਾਏ ਨੇ ਮਹਾਂਪੁਰਖ ਬਾਬੇ ਭੂਰੀ ਵਾਲਿਆਂ ਨੇ। ਇਹਨਾਂ ਦੇ ਬਹੁਤ ਕਿਰਪਾ ਮਹਾਂਪੁਰਖਾਂ ਦੇ ਉੱਤੇ, ਸਿਰ ਦੇ ਉੱਤੇ। ਇਹ ਮਹਾਰਾਜ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ 1 ਤਰੀਕ ਤੋਂ ਸੰਗਤਾਂ ਦੇ ਇਸੇ ਤਰ੍ਹਾਂ ਹੀ ਲੰਗਰ ਚੱਲ ਰਹੇ ਨੇ। ਉਸ ਤਰ੍ਹਾਂ ਵੀ ਲਗਾਤਾਰ 24 ਘੰਟੇ ਇੱਥੇ ਲੰਗਰ ਤਿਆਰ ਹੁੰਦਾ ਵਾ ਤੇ 24 ਘੰਟੇ ਹੀ ਚੱਲਦਾ ਰਹਿੰਦਾ ਹੈ। ਜਦੋਂ ਮਰਜ਼ੀ ਸੰਗਤਾਂ ਆਉਣ ਦਰਸ਼ਨ ਦਿਦਾਰੇ ਕਰਨ ਵਾਸਤੇ ਤੇ ਛਕ ਕੇ ਜਾਣ। ਕਿੰਨੀ ਕੁ ਵੱਡੀ ਗਿਣਤੀ 'ਚ ਸੰਗਤ ਆ ਰਹੀ ਹੈ? ਵੇਖੋ ਜੀ, ਲੱਖਾਂ ਦੀ ਤਾਦਾਦ ਤੇ ਸੰਗਤ ਆ ਰਹੀ ਆ ਤੇ ਇੱਥੋਂ ਖੁਸ਼ੀਆਂ ਪ੍ਰਾਪਤ ਕਰ ਰਹੀ। 10ਵੇਂ ਦੇ ਪਾਤਸ਼ਾਹ ਦੇ ਘਰ ਦੇ ਵਿੱਚੋਂ ਅਵਤਾਰ ਪੁਰਬ ਮਨਾ ਰਹੀਆਂ ਨੇ ਸੰਗਤਾਂ। ਬਹੁਤ ਦੂਰ ਦਰਾਡੇ ਤੋਂ ਆਲ ਵਰਲਡ ਤੋਂ ਸੰਗਤ ਆਈ ਹੋਈ ਹੈ ਜੀ। ਲੰਗਰ ਦਾ ਕੋਈ ਮੈਨੂ ਫਿਕਸ ਹੁੰਦਾ ਵੀ ਅੱਜ ਇਹ ਬਣਾਉਣਾ, ਅੱਜ ਇਹ ਬਣਾਉਣਾ, ਇਸ ਟਾਈਮ ਇਹ ਬਣਾਉਣਾ? ਬਿਲਕੁਲ ਜੀ, ਮੈਨੂੰ ਤਾਂ ਹੁੰਦਾ ਵਾ ਦਿਹਾੜੀ ਦੇ ਵਿੱਚ 2-3 ਵਾਰ ਜਿਹੜੀਆਂ ਸਬਜ਼ੀਆਂ ਚੇਂਜ ਹੁੰਦੀਆਂ ਨੇ। 2-3 ਘੰਟੇ ਪਹਿਲਾਂ ਲੰਗਰ ਚੱਲਣਾ, ਉਸ ਤੋਂ ਬਾਅਦ 2 ਵਜੇ ਚੇਂਜ ਹੋਣਾ ਵਾ, ਫਿਰ 4 ਵਜੇ, ਫਿਰ ਰਾਤ ਨੂੰ 8 ਵਜੇ ਤੇ ਰਾਤ ਨੂੰ ਫਿਰ ਲਗਾਤਾਰ 12-1 ਵਜੇ ਤੱਕ ਲੰਗਰ ਦੀ ਸ਼ੁਰੂਆਤ ਰਹਿੰਦੀ ਹੈ ਜੀ। ਉਸ ਤੋਂ ਬਾਅਦ ਸਵੇਰੇ 4 ਵਜੇ ਤੋਂ ਮਤਲਬ ਪਕਾਓ ਤੁਸੀਂ ਦੇਖ ਹੀ ਲਿਆ ਵਾ ਵੀ ਕਿਸ ਤਰ੍ਹਾਂ 2 ਵਜੇ ਤੋਂ ਲੈ ਕੇ ਮੁੜ ਕੇ ਚਾਹ ਦਾ ਪ੍ਰਬੰਧ ਹੋਣਾ ਚਾਲੂ ਹੋ ਜਾਂਦਾ ਜੀ। ਹਾਂਜੀ, ਸੋ ਬੜੇ ਸੁਚੱਜੇ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਔਰ ਖਾਸ ਤੌਰ ਤੇ ਜਦੋਂ ਸੰਗਤਾਂ ਇੱਥੇ ਆਉਂਦੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਕਿਸੇ ਹੋਟਲ ਦੇ ਵਿੱਚ ਆਏ ਹਾਂ ਕਿਉਂਕਿ ਇਸ ਤਰ੍ਹਾਂ ਦੇ ਲੰਗਰਾਂ ਦੇ ਪ੍ਰਬੰਧ ਨੇ। ਹਰ ਤਰ੍ਹਾਂ ਦੇ ਲੰਗਰ ਦੀ ਵਿਵਸਥਾ ਇੱਥੇ ਕੀਤੀ ਗਈ ਹੈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਸਾਹਿਬ ਦੇ ਬਾੜੇ ਪੜਤ ਜੀਵਨ ਦਾ ਉद्धार करो। गुरु ग्रंथ साहिब दे बाणी पढ़त जीवन दा उद्धार करो। गुरु ग्रंथ साहिब दे बाणी पढ़त जीवन दा उद्धार करो। गुरु ग्रंथ साहिब दे बाणी पढ़त जीवन दा उद्धार करो। गुरु गोबिंद सिंह जी
सिख सदा ही आसरा देण वाले, कदे किसे दा आसरा लोड़दे नहीं। तोड़ देंदे ने लक हंकार वाला, लक गऊ गरीब दा तोड़दे नहीं। आरा चीर दे धन भाई मती दास, आरा चीर दे भावें शरीर सारा, पर मुख गुरु वल्लों कदी मोड़दे नहीं। हथ फतेह बुलाउण लई जोड़दे ने, पर हथ जान बचाउण लई जोड़दे ने। कि हशर तीक इतिहास दे पन्नियां ने गोबिंद सिंह दा सानी कोई वेखना नहीं। हशर तीक इतिहास दे पन्नियां ने गोबिंद सिंह दा सानी कोई वेखना नहीं। लखां सूरजां नूं जेड़ा लो देवे, ऐसा चंद असमानी कोई वेखना नहीं। लखां सूरजां नूं जेड़ा लो देवे, ऐसा चंद असमानी कोई वेखना नहीं। संत सिपाही तपस्वी महाशायर वीर जोधा लसानी कोई वेखना नहीं। वो धन दौलत दा देंदी है दान दुनिया, नूर पुत्तां दा दानी कोई वेखना नहीं। उपजी कौम साडी खंडे दी धार विचों, उपजी कौम साडी खंडे दी धार विचों, बदला किवें चुकाउणा असीं जाणदे हां। साडे खून दे विच अंगियार वरदे, हिक दे जोरी आजादियां माणदे हां। सानू थापना गुरु गोबिंद सिंह दी, सीस तली ते रखना जाणदे हां। तत्ती तवी ते बैठ के गीत गाइए, आरे हेठ भी जिंदगी माणदे हां। वाह वाह गोबिंद सिंह आपे गुर चेला। सिख पंथ के 10वें गुरु पूज्य गोविंद सिंह जी के 349वें जयंती समारोह पर आपने मुझे आमंत्रित किया। इसके लिए मैं आप सबके प्रति अपनी कृतज्ञता ज्ञापित करता हूं। गुरु गोविंद सिंह जी केवल सिख धर्म के धर्म गुरु नहीं, बल्कि विश्व के महान लोकनायक और युग प्रवर्तक महापुरुष थे। उन्होंने भटके लोगों को सही मार्ग दिखाने के लिए धर्म, जाति एवं भाषा का भेद मिटाकर भावनात्मक एकता स्थापित करने के उद्देश्य से मानस जात की स्थापना की। 1699 ईस्वी में बैसाखी के दिन पंजाब स्थित श्री केसगढ़ आनंदपुर साहिब की धरती पर दशमेश गुरु जी ने श्री गुरु नानक देव जी के निर्मल पंथ को संपूर्णता प्रदान करते हुए खालसा पंथ की स्थापना की। इस प्रकार पहले जिन्हें सिख कहा जाता था, अब अमृत पान करने के बाद उनको खालसा कहा जाने लगा। श्री गोविंद सिंह जी ने खालसा पंथ की स्थापना कर लोगों में यह विश्वास उत्पन्न किया कि वे लोगों से एक ईश्वरीय कार्य संपन्न कराने के लिए अवतरित हुए हैं। उन्होंने एक नया जय घोष किया, श्री वाहे गुरु जी का खालसा, श्री वाहे गुरु जी की फतेह। अर्थात खालसा ईश्वर का है और ईश्वर की जीत सुनिश्चित होती है। गुरु गोविंद सिंह जी ने हमेशा अन्याय का विरोध किया। उनका जन्म पटना साहिब में 1666 के पौष शुक्ल सप्तमी को हुआ था। उनका बचपन पटना साहिब में बीता। उन्होंने कई अलौकिक कौतुक कार्य किए। एक महान वीर, सैन्य कौशल में निपुण और आदर्श व्यक्तित्व वाले अवतारी पुरुष के रूप में इतिहास हमेशा गुरु गोविंद सिंह जी को याद रखेगा। उन्होंने माता गुजरी जी की कोख से पटना साहिब में जन्म लिया। जिस समय गुरु गोविंद सिंह जी का जन्म हुआ था, उस समय उनके पिता 9वें गुरु साहेब तेग बहादुर जी आसाम की यात्रा पर थे। प्रथम बार पिता ने पुत्र गोविंद सिंह जी को गुरुद्वारा गुरु के बाग में देखा। इसके बाद कश्मीरी पंडितों के लिए संघर्ष करते हुए जब पिता गुरु तेग बहादुर शहीद हो गए, तब अगला गुरु गोविंद सिंह जी को बनाया गया।
गुरु गोविंद सिंह जी हमेशा अत्याचार के खिलाफ लड़ते रहे। उन्होंने वर्ष खालसा पंथ की स्थापना कर गुरुओं के उत्तराधिकारियों की परंपरा को समाप्त कर गुरु ग्रंथ साहब जी को सिखों के लिए गुरु का प्रतीक बताया। उन्होंने सिख गुरुओं के सभी उपदेशों को श्री गुरु ग्रंथ साहिब में संग्रहित किया। वाह वाह गोविंद सिंह आपे गुरु चेला। ये सबको अच्छी जानकारी है और सर्वविदित है कि गुरु साहब ने जात पात की प्रथा को समाप्त किया और यही समाप्त करके 4 दरवाजे जो गुरु द्वारों के बनते हैं चारों वर्ण के प्रवेश के लिए, और दूसरे जगह जो धार्मिक स्थान है वहां दरवाजे 1 हैं 2 हैं, पर गुरुद्वारे के दरवाजे 4 हैं जहां पर चारों वर्ण एक ही रूप में और एक ही श्रद्धा से आमंत्रित हैं। और दबी कुचली जो जमात थी उसका हाथ पकड़कर उसको खड़ा किया, उसको जीना सिखाया, उसको स्वाभिमान के लिए लड़ना सिखाया, अपने अधिकार के लिए मेरा हक इत्थे रख, अपने हक के लिए लड़ाई करना भी सिखाया।